ਇਹ ਜਿਹੜਾ ਬੇਅਦਬੀ ਕਰਾਈ ਹੈ ਬੀਜੇਪੀ ਦੀ ਸਰਕਾਰ ਨੇ, ਤੋਮਰ ਨੇ ਕਰਾਈ ਹੈ। ਇਹ ਤੋਮਰ ਸਾਨੂੰ ਮਿਲਿਆ ਹੈ। ਜੇ ਧਿਆਨ ਰੱਖਿਆ ਤੇ ਤਾਈਓ ਉਹ ਟੰਗਤਾ ਸੂਲੀ ਤੇ, ਤਾਈਓ ਸਿੰਘਾਂ ਨੇ ਟੰਗਿਆ। ਮੰਤਰੀ ਤੋਮਰ ਨਾਲ ਉਹਦੇ ਨਾਲ ਤਾਂ ਬਹੁਤ ਛੋਟੀ ਲੱਗਦੀ ਆਪਣੀ ਫੋਟੋ ਮੋਦੀ ਨਾਲ ਲਾਉਣੀ ਸੀ। ਉਹਨੇ ਆਉਣਾ ਹੀ ਆਉਣਾ। ਪਿੰਕੀ ਲੰਮੇ ਸਮੇਂ ਤੋਂ ਸਾਡੇ ਨਾਲ ਚੱਲਦਾ, ਆਉਂਦਾ ਜਾਂਦਾ ਸੀ। ਪੰਜਾਬ ਦੇ ਵਿੱਚ ਤੁਸੀਂ ਕਲੀਅਰ ਕਰ ਲਿਓ, ਰਾਸ਼ਟਰਪਤੀ ਰਾਜ ਲਾਗੂ ਹੋਣਾ ਹੈ। ਚੰਨੀ ਦੇ ਗੱਲ ਪੱਟਾ ਪਾਉਣਗੇ ਗਰੀਬ ਦੇ ਗੱਲ। ਇਹ ਪਬਲਿਕ ਨੂੰ ਕਲੀਅਰ ਕਰਾਂਗੇ। ਕੱਲ੍ਹ ਨੂੰ ਫਿਰ ਸਾਨੂੰ ਇਹ ਨਹੀਂ ਕਹਿਣਗੇ ਵੀ ਹਾਂ ਨਿਹੰਗ ਸਿੰਘ ਕੌਮ ਵਾਂਗੂ ਬੰਦਾ ਵੱਢ ਕੇ ਸਿੱਟ ਦਿੰਦੇ ਆ। ਕਿਸਾਨੀ ਦੀ ਲੜਾਈ ਸਾਡੀ ਨਹੀਂ ਹੈਗੀ। ਕਿਸਾਨੀ ਦੀ ਲੜਾਈ 'ਚ ਅਸੀਂ ਸਾਥ ਦੇਣ ਨੂੰ ਬੈਠੇ ਹਾਂ ਉਰੇ। ਵੀ ਜਦੋਂ ਅਸੀਂ ਕਾਨੂੰਨੀ ਲੜਾਈ ਲੜਾਂਗੇ ਤਾਂ ਕਿਸੇ ਅਫਸਰ ਨੂੰ ਮਿਲਣਾ ਪਊਗਾ ਸਾਨੂੰ। ਗਰੇਵਾਲ ਦੇ ਮੁੰਡੇ ਦਾ ਵਿਆਹ ਸੀ, ਮਿੰਨਤਾਂ ਕਰਦੇ ਰਹੇ, ਬਾਬਾ ਜੀ ਤੁਹਾਡੇ ਦਰਸ਼ਨ ਕਰਨੇ ਆ, ਬਾਬਾ ਜੀ ਤੁਹਾਡੇ ਦਰਸ਼ਨ ਕਰਨੇ ਆ। ਸਾਡੇ ਲੋਕਤੰਤਰ, ਅਸੀਂ ਲੋਕਤੰਤਰ ਨੂੰ ਨਹੀਂ ਮੰਨਦੇ। ਸਰਕਾਰ, ਸਾਡੀ ਸਰਕਾਰ ਕੌਣ ਹੈ? ਪਹਿਲੀ ਗੱਲ ਤਾਂ ਅਸੀਂ ਇਸ ਅੰਦੋਲਨ 'ਚੋਂ ਘੋੜਿਆਂ ਨੂੰ ਨਹੀਂ ਲੈ ਕੇ ਗਏ। ਦੂਜੀ ਗੱਲ ਸਰੂਪ ਨਹੀਂ ਲੈ ਕੇ ਗਏ। ਤੀਜੀ ਗੱਲ ਅਸੀਂ ਮੋਰਚਾ ਨਹੀਂ ਪੱਟਿਆ। ਸਰਕਾਰ ਗੁੱਸਾ ਖਾ ਗਈ ਸਾਡੇ ਨਾਲ। ਪਰਚੇ ਹੋਏ ਨੇ ਸਾਡੇ ਤੇ ਸਾਰੇ। ਅਸੀਂ ਉਸ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਕੇ ਚੱਲੇ ਵੀ ਇਹਨਾਂ ਦਾ ਸਾਰਿਆਂ ਦਾ ਜਲੂਸ ਕੱਢਣਾ ਹੁਣ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਣਾ। ਤਾਂ ਇਸ ਵਕਤ ਅਸੀਂ ਸ਼ੰਘੂ ਬਾਰਡਰ ਤੇ ਮੌਜੂਦ ਹਾਂ। ਅੱਜ ਸਵੇਰ ਤੋਂ ਜੋ ਬਾਬਾ ਅਮਨ ਜੀ ਦੀਆਂ ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਪੈਂਕੀ ਕੇਂਡ ਵੀ ਨਾਲ ਨਜ਼ਰ ਆ ਰਹੇ ਆ। ਬਾਬਾ ਅਮਨ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿ ਆਖਰ ਜੋ ਮੁਲਾਕਾਤ ਹੋਈ ਉਹਦਾ ਕੀ ਮਕਸਦ ਸੀ ਤੇ ਫੋਟੋਆਂ ਦੀ ਸੱਚਾਈ ਜਿਹੜੀ ਕੀ ਆ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜਿਹੜੀ ਤੁਹਾਡੀ ਅੱਜ ਫੋਟੋ ਵਾਇਰਲ ਹੋ ਰਹੀ ਹੈ ਜੀ, ਇੱਕ ਅਦਾਰੇ ਨੇ ਵੀ ਜਿਹੜੀ ਛਾਪੀ ਹੈਗੀ ਆ, ਜਿਹਦੇ ਵਿੱਚ ਤੁਸੀਂ ਮੁਲਾਕਾਤ ਕਰ ਰਹੇ ਹੋ ਨਰਿੰਦਰ ਤੋਮਰ ਜੀ ਦੇ ਨਾਲ ਤੁਹਾਡੇ ਪੈਂਕੀ ਕੇਂਡ ਵੀ ਨਜ਼ਰ ਆ ਰਿਹਾ, ਲੰਚ ਦੀਆਂ ਵੀ ਫੋਟੋਆਂ ਆ ਗਈਆਂ। ਉਹਦੀ ਸੱਚਾਈ ਕੀ ਹੈ ਜੀ? ਅਸਲ ਸੱਚਾਈ ਦੱਸ ਦਿਓ ਜੀ, ਲੋਕ ਸੁਣਨਾ ਚਾਹੁੰਦੇ ਨੇ। ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਸੰਸਾਰ ਨੂੰ ਇੱਕ ਵਚਨ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਮੰਤਰੀ ਤੋਮਰ ਹੈ ਨਾ, ਉਹਦੇ ਨਾਲ ਤਾਂ ਬਹੁਤ ਛੋਟੀ ਲੱਗਦੀ ਆਪਣੀ ਫੋਟੋ ਮੋਦੀ ਨਾਲ ਲਾਉਣੀ ਸੀ। ਉਹ ਵੱਡੀ ਲੱਗਣੀ ਸੀ, ਆਲੇ ਸਾਰੇ ਸੰਸਾਰ ਨੂੰ ਪਤਾ ਲੱਗ ਜਾਂਦਾ ਸਾਡਾ। ਤੇ ਦੂਸਰਾ ਭਾਵ, ਅਸੀਂ ਸਾਰੇ ਸੰਸਾਰ ਨੂੰ ਗੱਲ ਕਲੀਅਰ ਕਰ ਦਈਏ ਵੀ ਇਹ ਸਾਡੀ ਮੰਜ਼ਿਲ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਭੂਮੀ ਹੈ। ਉੱਥੇ ਵੀ ਬੇਅਦਬੀ ਹੋ ਗਈ। 2015 ਤੋਂ ਲੈ ਕੇ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ। ਅਸੀਂ ਬਕਾਇਦਾ ਰਾਸ਼ਟਰਪਤੀ ਨੂੰ ਕਲੀਅਰ ਕਰ ਚੁੱਕੇ ਹਾਂ। ਇਹ ਆਪ ਜੀ ਸੰਗਤ ਸਾਰੀ ਇਹ ਪੇਪਰਾਂ 'ਤੇ ਸਾਰਾ ਕਲੀਅਰ ਕਰ ਲੈਣ, ਇਸ ਸੰਪਰਕ ਕਰ ਲੈਣ ਵੀ ਭਾਈ ਸਾਡੀ ਲੜਾਈ ਆ ਜਿਹੜੀ ਉਹ ਆਦਿ ਦਰਬਾਰ, ਸਰਬਲੋਕ ਦਰਬਾਰ, ਦਸਮ ਦਰਬਾਰ ਦੀ ਹੈ। ਕਿਸਾਨੀ ਦੀ ਲੜਾਈ ਸਾਡੀ ਨਹੀਂ ਹੈਗੀ। ਕਿਸਾਨੀ ਦੀ ਲੜਾਈ 'ਚ ਅਸੀਂ ਸਾਥ ਦੇਣ ਨੂੰ ਬੈਠੇ ਹਾਂ ਉਰੇ। ਉਹ ਲੜਾਈ ਹੈਗੀ ਆ 31 ਲੀਡਰਾਂ ਦੀ ਤੇ ਸੈਂਟਰ ਦੀ ਸਰਕਾਰ ਦੀ। ਇਹ ਹੁਣ ਅੱਜ ਸਾਡੀ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਇਹ ਸਾਡੀ ਸੈਂਟਰ ਸਰਕਾਰ ਨੂੰ ਚਿੱਠੀ ਲੱਗੀ ਹੋਈ ਆ। ਕਿਸ ਮਕਸਦ ਨੂੰ ਤੁਸੀਂ ਸੈਂਟਰ ਸਰਕਾਰ ਨੂੰ ਚਿੱਠੀ ਭੇਜੀ ਸੀ? ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਚੱਲਦਾ ਵੀਰ ਹਿੰਦੁਸਤਾਨ ਚੱਕਰਵਰਤੀ ਵਿਸ਼ਵ ਸੱਚਖੰਡ ਸ੍ਰੀ ਚਮਕੌਰ ਸਾਹਿਬ ਮਿਸਲ ਸ਼ਹੀਦ ਪਿਆਰੇ ਹਿੰਮਤ ਸਿੰਘ ਜੀ, ਬਾਪੂ ਗੁਰਨਾਮ ਸਿੰਘ ਜੀ, ਉਹਨਾਂ ਦੇ ਵੱਲੋਂ ਚਿੱਠੀਆਂ ਲੱਗੀਆਂ ਹੋਈਆਂ ਨੇ ਸਾਡੇ ਪਿਤਾ ਜੀ ਵੱਲੋਂ ਰਾਸ਼ਟਰਪਤੀ ਨੂੰ। ਉਹਨਾਂ ਦੀ ਜਿਹੜੀ ਜਿੰਨੀ ਕਾਰਵਾਈ ਆ, ਉਹ ਭਾਵੇਂ ਰਾਸ਼ਟਰਪਤੀ ਹੋਵੇ, ਭਾਵੇਂ ਗ੍ਰਹਿ ਮੰਤਰੀ ਹੋਵੇ, ਭਾਵੇਂ ਰਾਜੇਪਾਲ ਹੋਵੇ, ਅਸੀਂ ਸਾਰਾ ਪਹਿਲਾਂ ਸੰਸਾਰ ਨੂੰ ਕਲੀਅਰ ਕਰ ਚੁੱਕੇ ਹਾਂ। ਆਪ ਜੀ ਵੇਖ ਲਓ ਉਹਨਾਂ ਦੇ ਨੰਬਰ। ਤੇ ਦਿੱਲੀ ਪ੍ਰਧਾਨ ਮੰਤਰੀ ਦਾ ਨੰਬਰ ਵੀ ਲਿਖਿਆ ਹੋਇਆ, ਪ੍ਰਧਾਨ ਮੰਤਰੀ ਜੀ ਦਾ। ਸਾਰਿਆਂ ਦੇ ਨੰਬਰ ਨੇ ਪੁੱਤਰ ਜੀ ਇਹਨਾਂ ਤੇ। ਪ੍ਰਧਾਨ ਮੰਤਰੀ ਤੱਕ ਵੀ ਪਹੁੰਚ ਕੀਤੀ ਤੁਸੀਂ? ਟੋਟਲੀ ਚਿੱਠੀਆਂ ਗਈਆਂ ਹੋਈਆਂ ਨੇ, ਸਾਰਿਆਂ ਕੋਲੇ ਡਾਕੂਮੈਂਟ ਗਏ ਹੋਏ ਨੇ ਸਾਡੇ। ਐਸਾ ਕੋਈ ਇਨਸਾਨ ਨਹੀਂ। ਮੁਲਾਕਾਤ ਹੋਈ ਹੈ ਤੁਹਾਡੀ, ਉਹ ਕਿੱਥੇ ਹੋਈ ਹੈ ਤੇ ਕਦੋਂ ਹੋਈ ਹੈ ਜੀ? ਉਹਦੇ ਕਲੀਅਰ ਕਰਾਂਗੇ। ਇਹ ਰਾਸ਼ਟਰਪਤੀ ਦੇ ਨੰਬਰ ਨੇ, ਸਾਰਿਆਂ ਦੇ ਨੰਬਰ ਨੇ, ਉਸ ਤੋਂ ਬਗੈਰ ਆਹ ਨੰਬਰ ਨੇ। ਪ੍ਰਤਿਭਾ ਪਾਟਿਲ ਜਿਹੜੇ ਸਾਬਕਾ ਰਾਸ਼ਟਰਪਤੀ, ਉਹਦਾ ਨੰਬਰ ਲਿਖਿਆ ਹੋਇਆ ਜੀ। ਜੇ ਦੇਖੋ, ਅਸੀਂ ਕਾਨੂੰਨੀ ਤਰੀਕੇ ਨਾਲ ਲੜਦੇ ਹਾਂ ਇਸ ਲੜਾਈ ਨੂੰ। ਕਾਨੂੰਨੀ ਤਰੀਕੇ ਨਾਲ ਲੜ ਰਹੇ ਹਾਂ ਅਸੀਂ। ਹੁਣ ਵਿਚਾਲੇ ਬੈਠੇ ਹਾਂ ਇੱਥੇ। ਸਾਡੇ ਅੱਗੇ ਸੈਂਟਰ ਦੀ ਸਰਕਾਰ ਅਤੇ ਪਿੱਛੇ ਕਿਸਾਨ ਹੈ। ਉਹਦੇ ਵਿੱਚ ਸਾਰੇ ਸਾਡੇ ਵਿਦਵਾਨ ਇੱਕ ਗੱਲ ਕਲੀਅਰ ਕਰਦੇ ਆ ਵੀ ਜਦੋਂ ਅਸੀਂ ਕਾਨੂੰਨੀ ਲੜਾਈ ਲੜਾਂਗੇ ਤਾਂ ਕਿਸੇ ਅਫਸਰ ਨੂੰ ਮਿਲਣਾ ਪਊਗਾ ਸਾਨੂੰ। ਉਹਦੇ ਵਿੱਚ ਸਾਨੂੰ ਮੰਤਰੀਆਂ ਨੂੰ ਵੀ ਮਿਲਣਾ ਪਊਗਾ, ਸਾਰਿਆਂ ਨੂੰ ਮਿਲਣਾ ਪਊਗਾ। ਜਦੋਂ ਹੁਣ ਇੱਕ ਬੰਦਾ ਸਾਨੂੰ ਇਹ ਗੱਲ ਕਹਿ ਰਿਹਾ ਕਿ ਵੀ ਬਾਬਾ ਜੀ ਗੁਰੂ ਸਾਹਿਬ ਸੋਡਾ ਨਹੀਂ ਹੈਗਾ, ਗੁਰੂ ਸਾਹਿਬ ਨੂੰ ਅਸੀਂ ਵੀ ਬਹੁਤ ਸਤਿਕਾਰ ਕਰਦੇ ਹਾਂ, ਉਹ ਵੀ ਅਖੰਡ ਪਾਠ ਕਰਾਉਂਦੇ ਆ।
ਤਾਂ ਤੁਸੀਂ ਬੇਅਦਬੀ ਦੇ ਮਸਲੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਨੂੰ ਮਿਲੇ ਸੀਗੇ ਜੀ? ਉਹਨਾਂ ਨੂੰ ਮਿਲੇ ਆ ਅਸੀਂ ਸਾਰਿਆਂ ਨੂੰ, ਉਹਨਾਂ ਨੇ ਪਰ ਮੰਗਾਂ ਰੱਖੀਆਂ ਨੇ, ਅਸੀਂ ਕਲੀਅਰ ਕਰਤੀਆਂ ਸੰਸਾਰ ਨੂੰ। ਕੀ ਗੱਲਬਾਤ ਹੋਈ ਸੀਗੀ ਜਦੋਂ? ਵੀ ਉਹ ਕਹਿੰਦੇ ਵੀ ਇੱਥੋਂ ਘੋੜੇ ਲੈ ਜਾਓ ਤੁਸੀਂ। ਜੇਕਰ ਬੇਅਦਬੀ ਵਾਲਾ ਮਸਲੇ ਨਾਲ ਤੁਸੀਂ ਮਿਲੇ ਸੀਗੇ ਜੀ, ਫਿਰ ਤੁਹਾਨੂੰ ਇੱਥੇ ਜਾਣ ਨੂੰ ਕਿਉਂ ਕਹਿ ਰਹੇ ਸੀਗੇ ਜੀ? ਇਸ ਕਰਕੇ ਉਹ ਕਹਿੰਦੇ ਪਹਿਲਾਂ ਸਾਡੀਆਂ ਮੰਗਾਂ ਮੰਗੋ, ਫਿਰ ਤੁਹਾਡੇ ਕਾਰਜ ਕਰਾਂਗੇ ਸਾਰੇ। ਪਹਿਲਾਂ ਕਹਿੰਦੇ ਸਾਡੀ ਮੰਗ ਮੰਗੋ। ਤੁਹਾਨੂੰ ਕੀ ਲੱਗਦਾ ਜੀ ਉਹਨਾਂ ਨੇ ਕਿਉਂ ਤੁਹਾਨੂੰ ਕਿਹਾ ਵੀ ਤੁਸੀਂ ਇੱਥੋਂ ਚਲੇ ਜਾਓ? ਉਹਨਾਂ ਨੇ ਸਾਨੂੰ ਇਸ ਕਰਕੇ ਕਿਸਾਨੀ ਅੰਦੋਲਨ ਕਰਕੇ ਜਿਹੜੇ ਕਾਲੇ ਕਾਨੂੰਨ ਲਾਗੂ ਹੋਏ ਨੇ, ਅਸੀਂ ਤੋਮਰ ਨੂੰ ਕਲੀਅਰ ਕਰਤਾ ਜੀ ਨਾ, ਉਹਨੂੰ ਕਲੀਅਰ ਕਹਿਤਾ ਜੀ ਅਸੀਂ ਨੇ। ਮੈਂ ਕਿਹਾ 3 ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰ ਦੇ, ਠੀਕ ਹੈ, NSP ਇਹਨਾਂ ਨੂੰ ਲਿਖ ਕੇ ਦੇ ਦੇ, ਤੇ ਜਿਹੜਾ ਸਾਡਾ ਚੋਰ ਹੈ ਪੰਥ ਦਾ ਤੇ ਉਹ ਸਾਡੇ ਹਵਾਲੇ ਕਰ ਦੇ, ਸਾਡੀ ਕੋਈ ਲੜਾਈ ਨਹੀਂ, ਚੱਲ ਜਾਵਾਂਗੇ। ਤਾਂ ਤੁਸੀਂ ਬੇਅਦਬੀ ਵਾਲੇ ਮਸਲੇ ਤੇ ਵੀ ਗੱਲ ਕੀਤੀ ਤੇ ਨਾਲ ਤੁਸੀਂ ਕਾਨੂੰਨਾਂ ਦੀ ਵੀ ਗੱਲ ਕੀਤੀ ਵੀ ਇਹਨਾਂ ਨੂੰ ਵੀ ਰਿਪੀਲ ਕੀਤਾ? ਸਾਡੇ ਲਈ ਤਾਂ ਸਾਰੇ ਇੱਕੋ ਹੀ ਨੇ। ਸੈਂਟਰ ਦੀ ਲੋਕਤੰਤਰ ਇਹਨਾਂ ਦੇ ਵਾਸਤੇ ਹੋਊਗਾ, ਸਾਡੇ ਲੋਕਤੰਤਰ, ਅਸੀਂ ਲੋਕਤੰਤਰ ਨੂੰ ਨਹੀਂ ਮੰਨਦੇ। ਸਰਕਾਰ, ਸਾਡੀ ਸਰਕਾਰ ਕੌਣ ਹੈ? ਸਾਡੀ ਸਰਕਾਰ ਤਾਂ ਮਹਾਰਾਜ ਹੈ। 4 ਸਾਹਿਬਜ਼ਾਦੇ ਨੇ, 5 ਪਿਆਰੇ, 40 ਮੁਕਤੇ, ਗੁਰੂ ਸਾਹਿਬ ਨੇ ਸਾਡੇ ਨਾਲ ਤਾਂ ਹਾਜ਼ਰ ਨਾਜ਼ਰ। ਅਸੀਂ ਇਸੇ ਸਰਕਾਰ ਤੋਂ ਕੀ ਲੈਣਾ? ਇਹ ਸਰਕਾਰ ਨੂੰ ਹੀ ਜਾ ਕੇ ਮਿਲੇ। ਅਸੀਂ ਲੋਕਤੰਤਰ ਦੇ ਝੂਠੇ ਰਾਜ ਨੂੰ ਇਹ ਸਾਬਤ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਰਾਸ਼ਟਰਪਤੀ ਹੈ ਇਸ ਮੁਲਕ ਦੇ ਵਿੱਚ, ਰਾਸ਼ਟਰਪਤੀ ਅੱਜ ਆਪਣੇ ਅਮਾਨ ਤੋਂ ਭੱਜ ਚੁੱਕਿਆ। ਇਹ ਸਾਡੀ ਚਿੱਠੀ ਪੰਥ ਦੀਆਂ ਰਾਸ਼ਟਰਪਤੀ ਕੋਲੇ ਨੇ, ਗ੍ਰਹਿ ਮੰਤਰੀ ਕੋਲੇ ਨੇ, ਰਾਜੇਪਾਲ ਕੋਲੇ ਨੇ, ਸਾਰੇ ਆਪ ਜੀ ਨੂੰ ਅਫਸਰਾਂ ਦੇ ਨਾਂ ਕਲੀਅਰ ਕਰਤੇ ਬਗੈਰ। ਉਹਨਾਂ ਨੂੰ ਅਸੀਂ ਨੇ ਕੋਰੀਆਰ ਦੀਆਂ ਸਲਿੱਪਾਂ ਵੀ ਸਾਨੂੰ ਦੇਤੀਆਂ। ਪਰ ਅਸੀਂ ਹੁਣ ਤੁਸੀਂ ਇਹ ਵੇਖੋ ਵੀ ਅਸੀਂ ਇਨਸਾਫ ਤਾਂ ਲੋਕਤੰਤਰ ਰਾਹੀਂ ਮੰਗ ਰਹੇ ਹਾਂ। ਲੋਕਤੰਤਰ ਸਾਨੂੰ ਮੂਹਰੇ ਇਹ ਵਚਨ ਕਰ ਰਿਹਾ ਮੌਕੇ ਦਾ ਵੀ ਪਹਿਲਾਂ ਤੁਸੀਂ ਇਸ ਅੰਦੋਲਨ ਨੂੰ ਉੱਠੋ, ਆਪਣੇ ਘੋੜੇ ਲੈ ਕੇ ਜਾਓ, 3 ਮਹਾਰਾਜ ਦੇ ਸਰੂਪ ਨੇ ਉਹ ਲੈ ਕੇ ਜਾਓ, ਸਿੰਘਾਂ ਨੂੰ ਲੈ ਕੇ ਜਾਓ, ਜਿੰਨੀਆਂ ਝੁੱਗੀਆਂ ਨੇ ਇਹ ਲੈ ਜਾਓ। ਇਹ ਗੱਲ ਤੁਹਾਨੂੰ ਖੇਤੀਬਾੜੀ ਮੰਤਰੀ ਨੇ ਕਹੀ ਹੈ ਜੀ? ਕਲੀਅਰ ਕਰੀਏ ਖੇਤੀਬਾੜੀ ਮੰਤਰੀ ਨੇ ਸਾਨੂੰ, ਉਹਨੇ ਸਾਨੂੰ ਦੱਸਿਆ ਵੀ ਇਹ ਜਿਹੜੀਆਂ ਕੰਪਨੀਆਂ ਨੇ ਅਮਰੀਕਾ ਤੋਂ ਆਈਆਂ ਨੇ ਸਾਰੀਆਂ ਬਾਬਾ ਜੀ। ਸਾਨੂੰ ਰੀਜਨ ਕੀ ਹੈ? ਦਿੱਲੀ ਦਾ। ਸਾਨੂੰ ਫੋਨ ਕਿੱਥੋਂ ਆਇਆ? ਰਾਸ਼ਟਰਪਤੀ ਦਫ਼ਤਰ ਚੋਂ, ਵੀ ਬਾਬਾ ਜੀ ਤੁਸੀਂ ਆ ਜਾਓ, ਅੱਜ ਤੁਹਾਨੂੰ ਸਾਰਿਆਂ ਨੂੰ ਅਸੀਂ ਮੀਟਿੰਗ ਕਰਾ ਦਾਂਗੇ ਆਪ ਜੀ ਦੀ। ਜਦੋਂ ਇਹ ਮੀਟਿੰਗ ਹੋਈ ਇੱਥੇ ਰੰਗ ਅਸੀਂ ਗਏ ਤਾਂ ਇਸ ਮਸਲੇ ਨੂੰ ਲੈ ਕੇ ਸੀ, ਪਰ ਸਾਨੂੰ ਕੀ ਪਤਾ ਉੱਥੇ ਨਾਗ ਕੋਈ ਹੋਰ ਬੈਠਾ ਵਿੱਚ, ਸਾਨੂੰ ਨਹੀਂ ਨਾ ਇਸ ਗੱਲ ਦਾ। ਪੈਂਕੀ ਕੈਂਟ ਵੀ ਤੁਹਾਡੇ ਨਾਲ ਆਈ, ਇੱਕ BJP ਦੇ ਲੀਡਰ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਆ, ਉਹਨਾਂ ਤੇ ਕਾਫੀ ਗੰਭੀਰ ਦੋਸ਼ ਵੀ ਲੱਗਦੇ ਨੇ ਤੇ ਉਹ ਤੁਹਾਡੇ ਨਾਲ ਨਜ਼ਰ ਆ ਰਹੇ, ਉਹਦੀ ਸੱਚਾਈ ਕੀ ਹੈ ਜੀ? ਦੇਖੋ ਉਹਨਾਂ ਨੇ ਆਉਣਾ ਹੀ ਆਉਣਾ, ਉਹਨੂੰ ਕੀ ਲੋੜ ਹੈ? ਉਹਨੇ ਆਉਣਾ ਹੀ ਆਉਣਾ। ਪਿੰਕੀ ਲੰਮੇ ਸਮੇਂ ਤੋਂ ਸਾਡੇ ਨਾਲ ਚੱਲਦਾ, ਆਉਂਦਾ ਜਾਂਦਾ ਸੀ, ਸਾਡਾ ਉਹਦੇ ਨਾਲ ਕੋਈ ਨਹੀਂ ਹੈਗਾ ਬੇਰਵਾ ਜਾਂ ਸਾਡੇ ਨਾਲ। ਸਾਨੂੰ ਹੁਣ ਤਾਂ ਮਿਲੇ ਨੇ, ਘੋੜਾ ਲੈ ਕੇ ਗਿਆ ਉਹ ਦਲ ਪੰਥ ਚੋਂ, ਰਾਜਸਥਾਨ ਦੇ ਕੇ ਗਿਆ ਉਰੇ। ਸਾਨੂੰ ਕੀ ਪਤਾ ਉਹਦੇ ਮਨ 'ਚ ਕੀ ਚੱਲਦਾ ਹੁਣ। ਨੇੜੇ ਤਾਂ ਕਾਫੀ ਟਾਈਮ ਤੋਂ ਉਹਨਾਂ ਦੀ ਨਹੀਂ, ਕਾਫੀ ਟਾਈਮ ਤੋਂ ਨਹੀਂ, ਇਹ ਪਿਛਲੇ 90 ਤੋਂ ਜਦੋਂ ਅਸੀਂ ਇੱਥੇ ਅੰਦੋਲਨ 'ਚ ਆਏ ਸੀ, ਰਾਜਸਥਾਨ ਦੇ ਕੇ ਗਿਆ ਉਹ। ਜਿਹੜਾ ਬੰਦਾ ਹੁਣ ਇੱਥੇ ਗੁਰੂ ਸਾਹਿਬ ਦੇ ਨਸਮਕਤ ਹੋਣ ਆ ਗਿਆ, ਅਸੀਂ ਉਹ ਭਾਵੇਂ ਕੈਟ ਹੈ ਬੰਦਾ, ਭਾਵੇਂ ਉਹ ਸਰਕਾਰ ਦਾ ਬੰਦਾ, ਉਹ ਭਾਵੇਂ ਏਜੰਸੀਆਂ ਦਾ, ਉਹ ਤਾਂ ਗੁਰੂ ਸਾਹਿਬ ਨੇ ਵੇਖਣਾ ਨਾ, ਉਹ ਅਸੀਂ ਨਹੀਂ ਵੇਖਣਾ ਨਾ। ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਬੰਦੇ ਤੇ ਇੰਨੇ ਗੰਭੀਰ ਆਰੋਪ ਆ ਉਹਨਾਂ ਨੂੰ ਤੁਹਾਡੇ ਨਾਲ ਨੇੜਤਾ ਜਿਹੜੀ ਨਹੀਂ ਰੱਖਣੀ ਚਾਹੀਦੀ ਸੀ, ਕਿਉਂਕਿ ਸਿੱਖ ਕੌਮ ਇਹ ਤੇ ਸਵਾਲ ਠਾ ਰਹੀ ਅੱਜ? ਨਹੀਂ, ਇਹ ਦੇਖੋ ਉਸ ਤੇ ਆਰੋਪ ਹੋਣਗੇ, ਉਹਨਾਂ ਨੇ ਜਿਹੜਾ ਕੁਝ ਕਰਿਆ ਹੋਊਗਾ ਮਹਾਰਾਜ ਉਹਨਾਂ ਦੀ ਸਜ਼ਾ ਉਹਨੂੰ ਦੇਣਗੇ। ਪਰ ਸਾਨੂੰ ਜਿਹੜਾ ਸਿਸਟਮ ਆ ਨਾ, ਪਹਿਲਾਂ ਤਾਂ ਸਾਨੂੰ ਉਹਨਾਂ ਨੇ ਵਿਆਹ 'ਚ ਬੁਲਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਸਾਰਿਆਂ ਨੇ। ਗਰੇਵਾਲ ਦੇ ਮੁੰਡੇ ਦਾ ਵਿਆਹ ਸੀ, ਮਿੰਨਤਾਂ ਕਰਦੇ ਰਹੇ, ਬਾਬਾ ਜੀ ਤੁਹਾਡੇ ਦਰਸ਼ਨ ਕਰਨੇ ਆ, ਬਾਬਾ ਜੀ ਤੁਹਾਡੇ ਦਰਸ਼ਨ ਕਰਨੇ ਆ। ਤੁਹਾਡੇ ਨਾਲ ਫਿਰ ਇੰਨੀ ਨੇੜਤਾ ਕਿਵੇਂ ਇਹਨਾਂ ਦੀ? ਤੁਸੀਂ ਕਿਹਾ ਵੀ ਵਿਆਹ ਤੇ ਵੀ ਸੱਦ ਰਹੇ ਹੋ, ਤੁਹਾਡੇ ਨਾਲ ਮੁਲਾਕਾਤਾਂ ਵੀ ਹੋਈਆਂ, ਕਿਸਾਨਾਂ ਦੇ ਨਾਲ ਤਾਂ ਕੋਈ ਮੀਟਿੰਗ ਨਹੀਂ ਹੋ ਰਹੀ ਜੀ, ਕਿੰਨਾ ਲੰਬਾ ਸਮਾਂ ਹੋ ਗਿਆ, ਪਰ ਤੁਹਾਡੇ ਨਾਲ ਮੀਟਿੰਗ ਹੋਈ ਹੈ ਜੀ ਖੇਤੀਬਾੜੀ ਮੰਤਰੀ ਦੀ? ਮੀਟਿੰਗ ਸਿਰਫ ਇਸ ਬੇਸ ਤੇ ਹੋਈ ਹੈ, ਇਸ ਬੇਸ ਤੇ ਹੋਈ ਹੈ, ਇਸ ਬੇਸ ਤੇ ਹੋਈ ਹੈ ਅੰਦੋਲਨ ਦੇ ਉੱਤੇ। ਨਹੀਂ, ਸਾਨੂੰ ਕਿਹਨੇ ਜਾਣਨਾ ਸੀ? ਅੱਜ ਸਾਨੂੰ ਦੁਨੀਆ ਤਾਂ ਜਾਣਦੀ ਹੈ, ਅਸੀਂ ਅੰਦੋਲਨ 'ਚ ਬੈਠੇ ਹਾਂ, ਘੋੜੇ ਨੇ ਗੁਰੂ ਦੇ ਉਰੇ, ਸਾਨੂੰ ਕਿਹਨੇ ਜਾਣਨਾ ਜੀ? ਕਿਹਨੇ? ਅਸੀਂ ਇਹ ਨਹੀਂ ਕਹਿੰਦੇ ਤੋਮਰ ਨਾਲ ਜੀ ਸੱਦ ਕੇ ਤੋਮਰ ਨਾਲ ਫੋਟੋ ਪਾਓ, ਸਾਨੂੰ ਕੀ ਹੈ? ਉਹਨੂੰ ਕਹਿ ਦੱਸ ਕੇ ਚੈੱਕ ਕਰਾ, ਪ੍ਰੂਫ ਕਰ, ਸਾਨੂੰ ਫੋਟੋਆਂ ਤਾਂ ਆ ਗਈਆਂ ਜੀ। ਫੋਟੋ ਅਸੀਂ ਫੋਟੋ ਤਾਂ ਮਿਲੇ ਆ ਸਾਨੂੰ, ਉਹ ਅਸੀਂ ਕਿਹੜਾ ਮੁੱਕਰਦੇ? ਦਿੱਲੀ ਮਿਲੇ ਨੇ, ਰਾਸ਼ਟਰਪਤੀ ਦੇ ਦਫ਼ਤਰ ਮਿਲੇ ਨੇ, ਆਹ ਚਿੱਠੀਆਂ ਲੱਗੀਆਂ, ਉਹਨਾਂ ਨੂੰ ਕਹਿ ਦਿਓ ਜਵਾਬ। ਅੱਜ ਕਿਉਂਕਿ ਜਿਹੜੀ ਇਹ ਘਟਨਾ ਹੋਈ ਹੈ, ਘਟਨਾ ਤੋਂ ਬਾਅਦ ਜਿਹੜੀ ਫੋਟੋਆਂ ਤੁਹਾਡੀਆਂ ਵਾਇਰਲ ਹੁੰਦੀਆਂ ਤੇ ਲੋਕ ਇਸ ਤਰ੍ਹਾਂ ਦੇ ਸਵਾਲ ਉਠਾ ਰਹੇ ਆ ਕਿ ਹੁਣੀ ਤੁਹਾਨੂੰ ਕੀ ਲੱਗਦਾ ਕਿ ਹੁਣੀ ਕਿਉਂ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਜੀ? ਇਸ ਕਰਕੇ ਹੋ ਰਹੀਆਂ ਨੇ। ਦੇਖੋ, ਪਹਿਲੀ ਗੱਲ ਤਾਂ ਅਸੀਂ ਇਸ ਅੰਦੋਲਨ 'ਚੋਂ ਘੋੜਿਆਂ ਨੂੰ ਨਹੀਂ ਲੈ ਕੇ ਗਏ, ਦੂਜੀ ਗੱਲ ਸਰੂਪ ਨਹੀਂ ਲੈ ਕੇ ਗਏ, ਤੀਜੀ ਗੱਲ ਅਸੀਂ ਮੋਰਚਾ ਨਹੀਂ ਪੱਟਿਆ। ਸਰਕਾਰ ਗੁੱਸਾ ਖਾ ਗਈ ਸਾਡੇ ਨਾਲ, ਤੇ ਉਹਨਾਂ ਨੇ ਕਿੱਥੇ ਕਰਾਇਆ? ਗੁਰੂ ਸਾਹਿਬ ਤੇ।
ਇਹ ਮੈਂ ਕਲੀਅਰ ਗੱਲ ਕਰਦਾ ਵੀ ਇਹ 'ਚ ਪੰਜਾਬ ਦਾ ਕੋਈ ਰੋਲ ਨਹੀਂ ਹੈਗਾ। ਇਹ ਜਿਹੜਾ ਬੇਅਦਬੀ ਕਰਾਈ ਹੈ ਬੀਜੇਪੀ ਦੀ ਸਰਕਾਰ ਨੇ, ਤੋਮਰ ਨੇ ਕਰਾਈ ਹੈ। ਇਹ ਤੋਮਰ ਸਾਨੂੰ ਮਿਲਿਆ ਹੈ। ਜਿਹੜਾ ਬੰਦਾ ਸਾਨੂੰ ਇਹ ਕਹਿ ਸਕਦਾ ਵੀ ਤੁਹਾਡੇ ਮਰੇ ਹੋਏ ਘੋੜਿਆਂ ਦੇ ਪੈਸੇ ਦੇਵਾਂਗੇ ਅਸੀਂ ਤੁਹਾਨੂੰ, ਇਦੋਂ ਵੱਡੇ ਅਸੀਂ ਚੋਰ ਫੜਨ ਆਏ ਆ। ਇਹਨਾਂ ਨੂੰ ਪਤਾ ਨਹੀਂ ਨਾ ਵੀ ਇਹ ਧਰਮ ਦੀ ਸਰਕਾਰ ਲੈ ਕੇ ਚੋਰ ਫੜਨ ਆਏ ਨੇ। ਇਹ ਚੋਰ ਫੜਦੇ ਆ ਸਾਰੇ, ਲੋਕਤੰਤਰ ਰਾਹੀਂ ਫੜਨੇ ਆ। ਫਿਰ ਅਸੀਂ ਦੇਖਾਂਗੇ, ਇਸ ਪਬਲਿਕ ਨੂੰ ਕਲੀਅਰ ਕਰਾਂਗੇ। ਕੱਲ ਨੂੰ ਫਿਰ ਸਾਨੂੰ ਇਹ ਨਹੀਂ ਕਹਿਣਗੇ ਵੀ ਹਾਂ ਨਿਹੰਗ ਸਿੰਘ ਕੌਮ ਵਾਂਗੂ ਬੰਦਾ ਵੱਢ ਕੇ ਸਿੱਟ ਦਿੰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਅਸੀਂ ਕਲੀਅਰ ਕਰ ਦਾਂਗੇ। ਪਰ ਸਾਨੂੰ ਇਹ ਬਿਲਕੁਲ ਚਾਹੀਦਾ ਵੀ ਜਿਨ੍ਹਾਂ ਨੇ ਬੇਅਦਬੀਆਂ ਕਰੀਆਂ ਨੇ, ਦੇਖਦੇ ਆ ਪੰਜਾਬ ਦੀ ਸਰਕਾਰ ਚੱਕ ਕੇ ਉਹਨਾਂ ਨੂੰ ਅੰਦਰ ਸਿੱਟੂਗੀ, ਸੈਂਟਰ ਦੀ ਸਰਕਾਰ ਕਈ ਵਾਰ ਕਰੂਗੀ। ਨਹੀਂ ਕਰਦੀ। ਕਿਉਂ ਨਹੀਂ ਕਰਦੀ? 5.5 ਸਾਲ ਹੋ ਗਏ। ਪਹਿਲਾਂ ਤਾਂ ਇਹਨਾਂ ਨੇ 4.5 ਸਾਲ ਹੋ ਗਏ, ਪੂਰੇ 4 ਸਾਲ ਦੇ ਕਰੀਬਨ ਕੈਪਟਨ ਦੇ ਗਲ 'ਚ ਪਟਾ ਪਾ ਕੇ ਰੱਖਿਆ ਹੋਇਆ ਸੀ। ਉਹਦੇ ਗਲ 'ਚੋਂ ਕੱਢਿਆ, ਹੁਣ ਚੰਨੀ ਦੇ ਗਲ 'ਚ ਪਟਾ ਪਾਤਾ। ਪਰ ਇਹਨਾਂ ਧਿਆਨ ਰੱਖਣ, ਬੇਅਦਬੀ ਜਿਹੜੀ ਇਹ ਹੋਈ ਹੈ ਇਹ ਸੈਂਟਰ ਦੀ ਸਰਕਾਰ ਨੇ ਕਰਾਈ ਹੈ। ਇਹ ਤੁਹਾਨੂੰ ਕੀ ਲੱਗਦਾ ਜੀ? ਸਰਕਾਰ ਨੇ ਭੇਜਿਆ। ਲੱਗਦਾ ਕਿਉਂ ਨਹੀਂ? ਜਿਹੜੇ ਬੰਦੇ ਸਾਡੀਆਂ ਫੋਟੋਆਂ ਪਾ ਸਕਦੇ ਇਸ ਤਾਂ ਉਹਨਾਂ ਨੂੰ ਹੀ ਕਹਿਣਾ ਨਾ। ਇਹ ਕਲੀਅਰ ਆ ਵੀ ਉਹਨਾਂ ਨੇ ਕਰਾਈ ਆ। ਸਾਡੀਆਂ ਚਿੱਠੀਆਂ ਲੱਗੀਆਂ ਉਹਨਾਂ ਕੋਲੇ। ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੋਇਆ, ਸੈਂਟਰ ਦੀ ਸਰਕਾਰ ਨੇ ਕਰਾਇਆ। ਇਹ ਵੀ ਮੈਂ ਆਪ ਜੀ ਨੂੰ ਦੱਸਦਾ। ਉਹ ਕੱਲ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਤੁਸੀਂ ਕਲੀਅਰ ਕਰ ਲਿਓ, ਰਾਸ਼ਟਰਪਤੀ ਰਾਜ ਲਾਗੂ ਹੋਣਾ। ਚੰਨੀ ਦੇ ਗੱਲ ਪਟਾ ਪਾਉਣਗੇ, ਗਰੀਬ ਦੇ ਗੱਲ। ਇਹ ਸਾਡਾ ਕਿਸੇ ਨਾਲ ਲੈਣਾ ਦੇਣਾ ਕਿਸੇ ਨਾਲ ਨਹੀਂ। ਪਰ ਸੈਂਟਰ ਦੀ ਸਰਕਾਰ ਇਸ ਅੰਦੋਲਨ ਨੂੰ ਛੇੜਨ ਨੂੰ ਫਿਰਦੀ ਹੈ। ਉਹ ਭਾਵੇਂ ਹੁਣ ਸਾਡੇ ਤੇ ਭਾਂਡਾ ਭੰਨਣ। ਤੁਹਾਨੂੰ ਨਹੀਂ ਲੱਗਦਾ ਜੇਕਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਸਾਜ਼ਿਸ਼ ਕਰ ਰਹੀ ਹੈ ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿ ਇਸ ਅੰਦੋਲਨ ਨੂੰ, ਜੇਕਰ ਸਰਕਾਰ ਚਾਹੁੰਦੀ ਹੈ ਸਾਜ਼ਿਸ਼ ਕਰਨੀ ਤਾਂ ਆਪਾਂ ਨੂੰ ਇੱਥੇ ਅਲਰਟ ਹੋਣਾ ਚਾਹੀਦਾ। ਜੇ ਧਿਆਨ ਰੱਖਿਆ ਤੇ ਤਾਈਓ ਉਹ ਟੰਗਤਾ ਸੂਲੀ ਤੇ, ਤਾਈਓ ਸਿੰਘਾਂ ਨੇ ਟੰਗਿਆ। ਜੇ ਧਿਆਨ ਸੀ ਸਾਡਾ, ਜੇ ਧਿਆਨ ਨਾ ਹੁੰਦਾ ਨਾ ਉਹ ਬੇਅਦਬੀ ਕਰਕੇ ਨਿਕਲ ਜਾਂਦਾ ਨਹੀਂ ਸੀ, ਇੱਥੇ ਦੰਗਾ ਹੋ ਜਾਣਾ ਸੀ। ਸੰਸਾਰ ਸਮਝੇ ਪੁੱਤ ਆਪਣੇ ਆਪ ਨੂੰ। ਅਸੀਂ ਤਾਂ ਧਿਆਨ 'ਚ ਹੀ ਬੈਠੇ ਹਾਂ। 31 ਲੀਡਰਾਂ ਨੂੰ ਧਿਆਨ ਨਾਲ ਸਮਝਾਓ ਜਿਨ੍ਹਾਂ ਕਰਕੇ ਇੰਨਾ ਕੁਛ ਹੋ ਰਿਹਾ। ਅੱਜ ਇਹ 31 ਲੀਡਰਾਂ ਦੀ ਦੇਣ ਹੀ ਆ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੋ ਰਹੀ ਆ। ਜੇ ਇਸ ਅੰਦੋਲਨ ਨੂੰ ਢੰਗ ਨਾਲ ਚਲਾਉਣ, ਉਹਨਾਂ ਨਾਲ ਗੱਲਬਾਤ ਕਰਨ, ਤਾਂ ਸੈਂਟਰ ਦੀ ਸਰਕਾਰ ਜ਼ਰੂਰਤ ਨਾ ਕਰੇ ਬੇਅਦਬੀ ਵਾਲਿਆਂ ਨੂੰ ਭੇਜਣ ਨੂੰ। 30,000 ਰੁਪਏ ਦੇ ਕੇ ਬੇਅਦਬੀ ਕਰਨ ਭੇਜ ਦਿਓ। ਮਹਾਰਾਜ ਦੀ ਦਰਗਾਹ 'ਚ ਨਹੀਂ ਬਖਸ਼ੇ ਜਾਣੇ। ਬਾਬਾ ਜਦੋਂ ਇਹ ਮੁਲਾਕਾਤ ਤੁਹਾਡੀ ਹੋਈ ਹੈ, ਕੋਈ ਕਿਸਾਨ ਆਗੂ ਨਾਲ, ਕਿਸਾਨ ਲੀਡਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿ ਅਸੀਂ ਬਿੱਲਾਂ ਬਾਰੇ ਗੱਲਬਾਤ ਕਰ ਰਹੇ ਹਾਂ? ਸਾਨੂੰ ਇਹਨਾਂ ਦੀ ਕੀ ਲੋੜ ਹੈ? ਬਿੱਲਾਂ ਮੈਂ ਆਪ ਜੀ ਨੂੰ ਪਹਿਲਾਂ ਹੀ ਕਲੀਅਰ ਕਰ ਸਕਦਾ, ਸਾਡਾ ਕਿਸਾਨੀ ਦਾ ਮੁੱਦਾ ਨਹੀਂ ਹੈਗਾ ਇਹ। ਤੁਸੀਂ ਕਹਿ ਰਹੇ ਹੋ ਕਿ ਅਸੀਂ ਬਿੱਲਾਂ ਦੀ ਵੀ ਗੱਲ ਕੀਤੀ ਆ, ਤੋਮਰ ਸਾਹਿਬ ਨੂੰ ਕਿਹਾ ਕਿ ਅਪੀਲ ਕਰੇ। ਉਹਨਾਂ ਨੇ ਸਵਾਲ ਕਰਿਆ, ਉਹਨਾਂ ਦੇ ਸਵਾਲ ਦਾ ਜਵਾਬ ਦਿੱਤਾ ਨਾ ਅਸੀਂ। ਜਦੋਂ ਉਹਨਾਂ ਨੇ ਸਾਨੂੰ ਪੁੱਛਿਆ ਵੀ ਬਾਬਾ ਜੀ ਤੁਸੀਂ ਕੀ ਕਰਨ ਆਏ ਹੋ ਇੱਥੇ, ਮੈਂ ਕਿਹਾ ਜੀ ਅਸੀਂ ਆ ਚਿੱਠੀਆਂ ਲੈ ਕੇ ਆਏ ਜਿਹੜੀਆਂ ਤੁਹਾਡੇ ਕੋਲੇ ਪਈਆਂ ਨੇ ਸਾਡੀਆਂ ਟੇਬਲ ਤੇ, ਇਹਨਾਂ ਦੀ ਸੁਣਵਾਈ ਕਰ ਦਿਓ, ਸਾਡੀ ਬਣਦੇ ਦੋਸ਼ੀ ਚੱਕ ਕੇ ਅੰਦਰ ਛੱਡੋ। ਉਹਨਾਂ ਨੇ ਕੀ ਭਰੋਸਾ ਦਿੱਤਾ ਜਦੋਂ ਤੁਸੀਂ ਇਹ ਮੰਗਾਂ ਲੈ ਕੇ ਗਏ ਹੋ? ਤੁਸੀਂ ਉਹਨਾਂ ਨੇ ਕੀ ਤੁਹਾਨੂੰ ਭਰੋਸਾ ਕੀ ਦਿੱਤਾ? ਕੀ ਦੇਣਾ? ਉਹਨਾਂ ਨੇ ਉਲਟਾ ਸਾਨੂੰ ਕਹਿਤਾ, ਕਹਿੰਦੇ ਅੰਦੋਲਨ ਛੱਡ ਦਿਓ, ਤੁਸੀਂ ਘੋੜੇ ਲੈ ਜਾਓ, ਮਹਾਰਾਜ ਦੇ ਸਰੂਪ ਲੈ ਜਾਓ, ਤੁਹਾਨੂੰ ਮਾਇਆ ਦੇ ਦੇਣਾ, ਮਰੇ ਹੋਏ ਘੋੜਿਆਂ ਦੇ ਪੈਸੇ ਦੇ ਦਿੰਦੇ ਆ, ਗਨਮੈਨ ਦੇ ਦਾਂਗੇ ਤੁਹਾਨੂੰ, ਬਾਬਾ ਸੰਤਾ ਸਿੰਘ ਵਾਲੀ ਪਦਵੀ ਦੇ ਦਾਂਗੇ। ਅਸੀਂ ਕੀ ਕਰਨੀ ਆ ਪਦਵੀ? ਸੇਵਾ ਜ਼ਰੂਰ ਹੈ, ਲੰਗਰ ਦੀ ਕਰ ਲਾਂਗੇ। ਕੀ ਲੱਗਦਾ ਤੁਹਾਨੂੰ ਕਿਉਂ ਭੇਜਣਾ ਚਾਹੁੰਦੇ ਜੀ ਇੱਥੋਂ? ਹੈ ਤੁਹਾਨੂੰ ਕਿਉਂ ਭੇਜਣਾ ਚਾਹੁੰਦੇ? ਤੁਹਾਨੂੰ ਕੀ ਲੱਗਦਾ? ਇਹ ਦੇਖੋ ਪਤਾ ਕੀ ਗੱਲ ਆ, ਸਿਸਟਮ ਖਰਾਬ ਹੋ ਗਿਆ ਸਾਰਾ। ਲੀਡਰ ਕਾਰਵਾਈ ਨਹੀਂ ਕਰ ਰਹੇ। ਲੀਡਰ ਕਹਿਣ ਦਾ ਭਾਵ ਵੀ ਜਿਹੜਾ ਅੰਦੋਲਨ ਆ ਨਾ, ਗੁਰੂ ਦੇ ਰਾਖਿਆਂ ਤੇ ਗੁਰੂ ਸਾਹਿਬ ਦੀ ਦਇਆ ਦ੍ਰਿਸ਼ਟੀ ਨਾਲ ਚੱਲ ਰਿਹਾ, ਕਿ ਲੀਡਰ ਦੇ ਨਾਲ ਨਹੀਂ ਚੱਲ ਰਿਹਾ। ਉਹਨਾਂ ਦੀ ਅੱਖ ਸਿਰਫ ਸਾਡੇ ਤੇ ਇਸ ਟਾਈਮ ਮੌਜੂਦਾ, ਹੋਰ ਕਿਸੇ ਤੇ ਨਹੀਂ ਹੈਗੀ। ਜਿਹੜੇ ਲੀਡਰ ਨੇ, ਲੀਡਰ ਤਾਂ ਹੁਣ ਜਾਂਦੇ ਆ ਘਰਾਂ 'ਚ ਚੱਲ ਜਾਂਦੇ ਆ, ਗੱਲ ਤਾਂ ਕਰ ਨਹੀਂ ਰਿਹਾ ਉਹਨਾਂ ਨੇ। ਅੰਦੋਲਨ ਲੀਡਰ ਮੈਂ ਆਪ ਜੀ ਨੂੰ ਪਹਿਲਾਂ ਕਲੀਅਰ ਕਰ ਚੁੱਕੇ ਹਾਂ ਵੀ ਸਾਡੀ ਫੋਟੋ ਨੂੰ ਜਾਂ ਪਿੰਕੀ ਦੇ ਨਾਲ, ਮਹਾਰਾਜ ਪਿੰਕੀ ਦਾ ਵੀ ਭਲਾ ਕਰੇ, ਤੋਮਰ ਦਾ ਵੀ ਭਲਾ ਕਰੇ ਤੇ ਮੋਦੀ ਦਾ ਵੀ ਭਲਾ ਕਰੇ। ਜੇ ਫੋਟੋ ਪਾਉਣੀਆਂ ਨੇ ਮੋਦੀ ਨਾਲ ਪਾ ਕੇ ਚਮਕਾਉਂਦੇ ਸਾਨੂੰ। ਮੋਦੀ ਨਾਲ ਤੁਹਾਡੀ ਗੱਲ ਪ੍ਰਧਾਨ ਮੰਤਰੀ ਨਾਲ ਵੀ ਹੋਈ ਹੈ ਕਿ ਮੁਲਾਕਾਤ? ਕਹਿੰਦੇ ਬਾਬਾ ਜੀ ਆ ਚੱਕ ਕੇ ਲੈ ਜਾਓ, ਉਦੋਂ ਸਾਨੂੰ ਮੋਦੀ ਨੂੰ ਮਿਲਾਵਾਂਗੇ, ਵੱਡੇ ਘਰ 'ਚ ਮਿਲਾ ਦੇਵਾਂਗੇ। ਹੋਈ ਹੈ ਮੁਲਾਕਾਤ ਜੀ? ਨਹੀਂ, ਸਾਡੀ ਮੋਦੀ ਨਾਲ ਮੁਲਾਕਾਤ ਨਹੀਂ ਹੋਈ। ਹਾਲੇ ਇੱਕ ਗੱਲ ਮੈਂ ਹੋਰ ਸਰਕਾਰ ਨੂੰ ਕਹਿਣਾ ਚਾਹੁੰਦਾ, ਜਿਹਨੇ ਫੋਟੋ ਵਾਇਰਲ ਕੀਤੀਆਂ ਨੇ, ਇੱਕ ਤਾਂ ਸਾਡੇ ਭਚੰਗੀ ਦੀ ਫੋਟੋ ਪਾ ਦੇਣਾ, ਬਹਾਦਰ ਸਿੰਘ ਦੀ ਪਾ ਦੇਣਾ, ਲੱਸਾ ਸਿੰਘ ਸਾਡੇ ਨਾਲ ਹੈ, ਸਾਰੀ ਫੌਜ ਸਾਡੇ ਨਾਲ ਹੈ। ਉਹਨਾਂ ਕਿੰਨੇ ਬੰਦੇ ਸੀ ਟੋਟਲ? ਕਿੰਨੇ ਬੰਦੇ ਦੀ ਮੁਲਾਕਾਤ ਹੋਈ ਹੈ ਜੀ? ਅਸੀਂ ਦੇਖੋ ਬਹਾਦਰ ਸਿੰਘ ਸੀ ਸਾਡੇ ਨਾਲ, ਰਵੀ ਸਿੰਘ ਸੀ ਸਾਡੇ ਨਾਲ, ਤੇ ਲੱਸਾ ਸਿੰਘ ਸੀ, ਹਾਕਮ ਸਿੰਘ ਸੀ, ਚੰਡੀ ਸਿੰਘ ਸੀ, ਸਾਰੇ ਗਏ ਉੱਥੇ। ਅਸੀਂ ਤਾਂ ਰਾਸ਼ਟਰਪਤੀ ਕਰਕੇ, ਜਿਹੜਾ ਸਾਡਾ ਮੁੱਦਾ ਮੇਨ ਆ, ਉਹਦੇ ਕਰਕੇ ਜਾ ਰਹੇ ਹਾਂ। ਬਿੱਲਾਂ ਦਾ ਤਾਂ ਸਾਨੂੰ ਉਹਨਾਂ ਨੇ ਕਿਹਾ ਕਲੀਅਰ, ਕਹਿੰਦੇ ਬਾਬਾ ਜੀ ਕੀ ਬਣੂਗਾ? ਮੈਂ ਕਹਿੰਦਾ ਤੁਸੀਂ ਜਾਣਦੇ ਹੋ ਭਾਈ, ਤੁਸੀਂ ਮੰਤਰੀ ਹੋ। ਇੱਕ ਵਾਰੀ ਹੋਈ ਹੈ ਮੁਲਾਕਾਤ ਬਾਬਾ ਜੀ ਕਿ ਹੋਰ ਵੀ ਦੋ ਵਾਰ ਵੀ ਹੋਈ ਹੈ? ਇੱਕੋ ਵਾਰ ਹੀ ਹੋਈ ਆ ਸਾਡੀ ਮੁਲਾਕਾਤ। ਉੱਥੇ ਸਾਨੂੰ ਬੁਲਾਇਆ ਗਿਆ ਇਹਨਾਂ ਨੇ, ਪੰਜਾਬ ਦੇ ਵਿੱਚ 3 ਵਾਰ ਮਿਲੇ ਨੇ ਇਹਨਾਂ ਨੇ। ਆ ਕੇ ਮੱਥਾ ਟੇਕਿਆ ਸਾਨੂੰ, ਮੱਥਾ ਟੇਕਦੇ ਰਹੇ ਨੇ ਸਾਨੂੰ। ਮੰਤਰੀ ਸਾਹਿਬ ਤੋਮਰ ਮੰਤਰੀ ਨੇ ਪੈਰੀ ਹੱਥ ਲਾਏ ਨੇ, ਸਾਡੇ ਇੱਕ ਰਾਜਸਥਾਨ ਦਾ ਮੰਤਰੀ ਉਹਨੇ ਵੀ ਪੈਰੀ ਹੱਥ ਲਾਏ ਨੇ। ਗੁਰੂ ਕਹਿੰਦੇ, ਗੁਰੂ ਤਾਂ ਜਦ ਨਾ ਪਹਿਲਾਂ ਮੁੱਦੇ ਤੇ ਬੈਠੋ, ਆ ਕੇ ਕਿਸਾਨੀ ਦੇ ਬਿੱਲ ਰੱਦ ਕਰਨੇ ਪੈਣੇ ਆ।
ਭਾਵੇਂ ਫੋਟੋ ਵਾਇਰਲ ਕਰ ਲਓ, ਭਾਵੇਂ ਮੋਦੀ ਨਾਲ ਵਾਇਰਲ ਕਰ ਦਿਓ, ਭਾਵੇਂ ਤੋਮਰ ਨਾਲ ਕਰ ਦਿਓ, ਕਿਸਾਨੀ ਦਾ ਮੁੱਦਾ ਤਾਂ ਕਲੀਅਰ ਕਰਾ ਕੇ ਜਾਣਾ ਅਸੀਂ ਨੇ। ਪਹਿਲਾਂ ਗੁਰੂ ਸਾਹਿਬ ਦਾ, ਫਿਰ ਕਿਸਾਨੀ ਦਾ। ਨਹੀਂ ਜਾਣਾ ਨਹੀਂ, ਇਹ ਰੋਡ ਇਦਾਂ ਹੀ ਜਾਮ ਰਹੂਗਾ। ਸੰਗਤ ਸੰਜੋਗ ਦੇਵੇ ਨਾ ਦੇਵੇ, ਪਰ ਪਹਿਲਾਂ ਗੁਰੂ ਸਾਹਿਬ ਵਾਲਾ ਤਾਂ ਸੰਸਾਰ ਨੂੰ ਨਿਆਂ ਮਿਲ ਗਿਆ। ਸਰਕਾਰ ਨੇ ਭੇਜਿਆ ਸੀ, ਉਹ ਸਿੰਘਾਂ ਨੇ ਸੋਧਾ ਲਾ ਕੇ ਟੰਗ ਕੇ ਕਾਂ ਵਾਂਗੂ ਭੇਜਤਾ। ਫੌਜ ਸਾਡੀ ਚੱਲ ਗਈ ਅੰਦਰ, ਸਮਰੱਥ ਕਰਤਾ। ਅਸੀਂ ਅੰਦੋਲਨ ਨਹੀਂ ਖਰਾਬ ਕਰਨਾ ਏ, ਲੋਕ ਸਾਨੂੰ ਨਜਾਇਜ਼ ਇੱਥੋਂ ਖਰਾਬ ਕਰਨਾ ਚਾਹੁੰਦੇ ਆ, ਗਲ ਪਾਉਣਾ ਚਾਹੁੰਦੇ ਆ ਸਾਡੇ ਸਾਰਾ ਕੁਝ। ਬਾਬਾ ਜੀ ਇੱਕ ਸਵਾਲ ਹੋਰ ਆ, ਜਦੋਂ ਤੁਸੀਂ ਤੋਮਰ ਸਾਹਿਬ ਨੂੰ ਮਿਲੇ ਹੋ, ਕਿਉਂਕਿ ਵੱਡੇ ਮੰਤਰੀ ਨੇ ਦੇਸ਼ ਦੇ ਖੇਤੀਬਾੜੀ ਮੰਤਰੀ ਨੇ, ਤੁਹਾਡੀ ਪਹੁੰਚ ਕਿਵੇਂ ਹੋਈ ਉਹਨਾਂ ਤੱਕ? ਕੌਣ ਤੁਹਾਨੂੰ ਲੈ ਕੇ ਗਿਆ ਜੀ ਉਹਨਾਂ ਤੱਕ? ਹਾਂਜੀ, ਉਹਨਾਂ ਤੱਕ ਤੁਹਾਨੂੰ ਲੈ ਕੇ ਕੌਣ ਗਿਆ ਜੀ? ਕਿਉਂਕਿ ਵੱਡੇ ਮੰਤਰੀ ਨੇ ਆਮ ਲੋਕਾਂ ਨੂੰ ਬਹੁਤ ਘੱਟ ਮਿਲਦੇ ਨੇ, ਉਹ ਤੁਹਾਨੂੰ ਕਿਹਨੇ ਮਿਲਵਾਇਆ ਜੀ? ਇਹ ਸਾਨੂੰ ਇਹਨਾਂ ਨੇ ਆਏ ਸੀ ਸਾਡੇ ਕੋਲੇ, ਪਿੰਕੀ ਹੂ ਨਹੀਂ ਉਰੇ। ਸਾਨੂੰ ਪਤਾ ਨਹੀਂ ਸੀ ਇਹਨਾਂ ਦਾ ਬਿਲਕੁਲ। ਉਰੇ ਆਏ ਸੀ ਸਾਨੂੰ, ਮੈਂ ਕਹਿੰਦੇ ਬਾਬਾ ਜੀ ਤੁਹਾਡਾ ਫੈਸਲਾ ਕਰਾ ਦਿਆਂਗੇ। ਇੱਕ ਮੈਂ ਆਪ ਜੀ ਸੰਸਾਰ ਨੂੰ ਹੋਰ ਕਲੀਅਰ ਕਰਦਾ, ਕੱਲ ਨੂੰ ਸੰਸਾਰ ਇਹ ਗੱਲ ਕਹੂਗਾ ਇਹ ਜਿਹੜੀ ਸਰਕਾਰ ਹੈ ਨਾ, ਸਰਕਾਰ ਕਿਸੇ ਦੀ ਨਹੀਂ ਹੁੰਦੀ। ਧਿਆਨ ਰੱਖਿਓ ਵੀ ਨਾ ਸਰਕਾਰ ਕਿਸਾਨਾਂ ਦੀ ਆ, ਨਾ ਡੇਰੇ ਵਾਲੇ ਬਾਬਿਆਂ ਦੀ ਸਰਕਾਰ ਹੈ। ਸਾਨੂੰ ਜੋ ਕੁਛ ਅੱਜ ਅਸੀਂ ਕਲੀਅਰ ਕਰਦੇ ਹਾਂ, ਇਹ ਬਾਬੇ ਬਲਵੀਰ ਸਿੰਘ ਨੂੰ ਵੀ ਅਸੀਂ ਕਲੀਅਰ ਕਰਦੇ ਹਾਂ ਵੀ ਜਾਂ ਤਾਂ ਪੰਥ ਇਕੱਠਾ ਹੋ ਜਾਊਗਾ, ਨਹੀਂ ਤੈਨੂੰ ਚੱਕ ਕੇ ਅੰਦਰ ਸਿੱਟਣਗੇ। ਇਹ ਤੈਨੂੰ ਅੰਦਰ ਕਰਨ ਦੀਆਂ ਗੱਲਾਂ ਕਰਦੇ। ਸਾਨੂੰ ਕਹਿੰਦੇ ਦੱਸੋ ਤੁਹਾਡੀ ਲੜਾਈ ਆ ਬਲਵੀਰ ਨਾਲ, ਤੁਹਾਡਾ ਸੁਲਤਾਨਪੁਰ ਜਿਹੜਾ ਪੜਾ ਨਾ ਬਾਬਾ ਮਾਨ ਸਿੰਘ ਜੀ ਦੇ 302 ਦਾ ਪਰਚਾ ਝੂਠਾ ਕਰਤਾ ਇਹਨਾਂ ਨੇ ਸਾਡੇ ਤੇ, ਉੱਥੇ ਬਾਬਿਆਂ ਤੇ। ਉੱਥੇ ਪਹਿਲਾਂ ਸਾਡੇ ਤੇ ਝੂਠਾ ਪਰਚਾ ਕਰਤਾ, ਫਿਰ ਇੱਕ ਬਰਨਾਲੇ ਤੇ ਸਾਡੇ ਝੂਠੇ ਪਰਚੇ ਕਰਤੇ ਇਹਨਾਂ ਨੇ। ਪਰਚੇ ਹੋਏ ਨੇ ਸਾਡੇ ਤੇ ਸਾਰੇ। ਅਸੀਂ ਉਸ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਕੇ ਚੱਲੇ ਵੀ ਇਹਨਾਂ ਦਾ ਸਾਰਿਆਂ ਦਾ ਜਲੂਸ ਕੱਢਣਾ। ਹੁਣ ਜਿਹੜੇ ਲੋਕਤੰਤਰ ਤੇ ਭਰੋਸਾ ਕਰਦੇ ਆ ਨਾ, ਇਹਨਾਂ ਦਾ ਜਲੂਸ ਕੱਢਣਾ। ਲੋਕਤੰਤਰ ਨੂੰ ਢੰਗ ਦੇ ਨਾਲ, ਜਿਹੜਾ ਸੰਵਿਧਾਨ ਬਣਿਆ ਹੋਇਆ, ਸੰਵਿਧਾਨ ਸੱਚ ਦਾ, ਗਰੀਬ ਲਈ ਵੀ ਅਮੀਰ ਲਈ, ਸਭ ਲਈ ਇੱਕੋ ਹੀ ਹੋਣਾ ਚਾਹੀਦਾ। ਤੇ ਉਹ ਕਹਿਣ ਦਾ ਭਾਵ ਕੀ ਹੈ, ਸਾਨੂੰ ਇਹ ਅੱਜ ਵੀ ਕਲੀਅਰ ਕਰਦੇ ਆ, ਸਾਨੂੰ ਸਾਰੇ ਕਹਿੰਦੇ ਆ। ਬਾਬਾ ਜੀ ਤੁਹਾਡੇ ਤੇ ਜਿਹੜੇ ਇੱਕ ਵੱਡੇ ਸਵਾਲ ਤੁਹਾਡੇ ਤੇ ਹੁਣ ਇਹ ਉੱਠ ਰਹੇ ਆ ਕਿ ਪਹਿਲਾਂ ਜੋ ਘਟਨਾ ਹੁੰਦੀ ਹੈ ਸਿੰਘੂ ਬਾਰਡਰ ਤੇ, ਕਿਉਂਕਿ ਇਹ ਜਿਹੜੀ ਮੁਲਾਕਾਤ ਜੁਲਾਈ ਦੀ ਹੋਈ ਹੈ ਜੀ, ਇਹ ਪੁੱਤ ਪਿੱਛੇ ਆ ਸਮਾਂ, ਅਸੀਂ ਸਾਨੂੰ ਬਿਸਰ ਜੀ ਅਸੀਂ ਕਹਿ ਦਈਏ ਪਿੱਛੇ ਸਮਾਂ ਹੋਇਆ ਥੋੜਾ ਜਿਹਾ, 4-5 ਮਹੀਨੇ ਹੋ ਗਏ ਜੀ। ਨਹੀਂ ਉਹ ਅਸੀਂ ਕਲੀਅਰ ਕਰ ਦਿਆਂਗੇ, ਕਿਉਂ ਉਹ ਸਾਰਾ ਕਲੀਅਰ ਹੋ ਜਾਊਗਾ ਨਾ, ਉਹਦੇ ਪੇਪਰਾਂ ਤੇ ਲਿਖਿਆ ਹੁੰਦਾ ਸਾਡੇ ਕੋਲ। ਸਵਾਲ ਵੱਡਾ ਇਹ ਤੁਹਾਡੇ ਤੇ ਉੱਠ ਰਿਹਾ ਜੀ ਕਿ ਜਦੋਂ ਸਿੰਘੂ ਵਾਲੀ ਘਟਨਾ ਵਾਪਰਦੀ ਆ, ਗ੍ਰਿਫਤਾਰੀਆਂ ਹੁੰਦੀਆਂ, ਕਤਲ ਇੱਥੇ ਹੋ ਜਾਂਦਾ ਜੀ, ਸੋਧਾ ਤੁਸੀਂ ਲਾ ਦਿੰਦੇ ਹੋ, ਉਸ ਤੋਂ ਬਾਅਦ ਜਿਹੜੀ ਵਾਇਰਲ ਹੁੰਦੀਆਂ ਜੀ ਫੋਟੋਆਂ, ਉਹ ਤੇ ਵੱਡਾ ਸਵਾਲ ਆ ਵੀ ਉਸ ਤੋਂ ਬਾਅਦ ਹੀ ਕਿਉਂ ਵਾਇਰਲ ਹੋਈਆਂ ਬੋਡੀਆਂ? ਤੁਹਾਡਾ ਸਬੰਧ ਕੀ ਆ ਜੀ ਸਰਕਾਰ ਨਾਲ? ਸਬੰਧ ਹੈ ਵੀ ਬਾਬਾ ਅਮਨ ਸਿੰਘ ਤੇ ਦੁਨੀਆ ਪਿੱਛੇ ਪੈ ਜੂਗੀ, ਦੁਨੀਆ ਭਰੋਸਾ ਕਰੂਗੀ ਵੀ ਬਾਬਾ ਅਮਨ ਸਿੰਘ ਬੀਜੇਪੀ ਦਾ ਬੰਦਾ। ਹੋਰ ਇਹਨਾਂ ਨੇ ਕੀ ਕਰ ਲੈਣਾ ਸਾਡਾ? ਇਹ ਹਮੇਸ਼ਾ ਰਾਜਨੀਤੀ ਗੰਦੀ ਕਰਦੇ ਆਏ ਨੇ, ਲੜਾਉਂਦੇ ਆਏ ਨੇ, ਲੜਾ ਕੇ ਸਰਕਾਰ ਬਣਦੀ ਆ। ਗੁਰੂ ਨੂੰ ਲੈ ਕੇ ਸਰਕਾਰ ਬਣੂਗੀ। ਸਰਕਾਰ ਨੇ ਫੋਟੋਆਂ ਕਲੀਅਰ, ਸਰਕਾਰ ਨੇ ਕਲੀਅਰ ਪਿੰਕੀ ਨੇ ਕਰੀ। ਹੁਣ ਭਾਵੇਂ ਤੋਮਰ, ਮੇਰੇ ਕੋਲ ਨੰਬਰ ਨੇ ਸਾਰੇ, ਵੀ ਜਿਹੜੇ ਬੰਦੇ ਮਿਲੇ ਆ ਸਾਨੂੰ ਉੱਥੇ, ਫੋਨ ਵੀ ਕਰਦੇ ਰਹੇ ਸੀ, ਹਾਲ ਚਾਲ ਪੁੱਛਦੇ ਰਹਿੰਦੇ ਸੀ। ਸਾਡੇ ਮਨ 'ਚ ਨਹੀਂ ਹੈਗਾ ਭਾਵੇਂ ਮੋਦੀ ਨਾਲ ਕਰ ਦਿਓ ਵਾਇਰਲ, ਪਰ ਮੇਨ ਮੁੱਦੇ ਤੇ ਆਓ। ਮੋਦੀ ਨਾਲ ਤਾਂ ਫੇਰ ਹੀ ਹੋਣਗੇ ਜੇ ਤੁਸੀਂ ਮੁਲਾਕਾਤ ਕੀਤੀ ਹੋਊਗੀ। ਉਹ ਤਾਂ ਅਸੀਂ ਕਹਿੰਦੇ ਵੀ ਮੋਦੀ ਨਾਲ ਲਾ ਕੇ ਕਰੋ ਵਾਇਰਲ। ਅਸੀਂ ਨਹੀਂ ਮੋਦੀ ਨੂੰ ਮਿਲੇ, ਅਸੀਂ ਮਿਲੇ ਨਹੀਂ। ਉਹਨਾਂ ਕੋ ਪਾ ਦਿਓ ਫੋਟੋ ਜੇ ਮੋਦੀ ਨਾਲ ਹੈਗੀ ਆ। ਇਹ ਤਾਂ ਸੱਚਾਈ ਆ ਜਿਹੜੀ ਤੁਸੀਂ ਮਿਲੇ ਹੋ। ਇਹਨੂੰ ਤਾਂ ਅਸੀਂ ਮਿਲੇ ਇਹਦੇ ਕਰਕੇ ਮਿਲਣਾ ਪੁੱਤਰਾ, ਇਹਦੇ ਕਰਕੇ, ਬੇਅਦਬੀ ਕਰਕੇ। ਪਰ ਇੱਕ ਗੱਲ ਧਿਆਨ ਰੱਖਿਓ ਵੀ ਸਿੱਖੋ, ਤੁਹਾਡੀ ਸੁਣਵਾਈ ਨਹੀਂ ਹੋਣੀ। ਜਿੰਨੇ ਬੰਦੇ ਆ, ਰਾਸ਼ਟਰਪਤੀ ਵੀ RSS ਦਾ ਲਾਇਆ ਹੋਇਆ, ਸਾਰੇ RSS ਦੇ ਲੱਗੇ ਹੋਏ ਨੇ ਬੰਦੇ। ਤੁਹਾਡੀ ਸੁਣਵਾਈ ਨਹੀਂ ਹੋਣੀ। ਤੁਹਾਡੀ ਸੁਣਵਾਈ ਤਾਂ ਹੁਣ ਇਹਦੇ ਨਾਲ ਹੀ ਹੋਣੀ ਹੈ, ਧਰਮ ਦੇ ਨਾਲ ਹੋਊਗੀ, ਇਹਨਾਂ ਨਾਲ ਹੋਊਗੀ। ਪਰ ਇਹਨਾਂ ਮੈਂ ਤੁਹਾਨੂੰ ਕਲੀਅਰ ਕਰਦਾ, ਪੰਥ ਨੂੰ ਇਕੱਤਰ ਹੋਣਾ ਚਾਹੀਦਾ। ਪੰਥ ਇਕੱਤਰ ਹੋ ਕੇ ਇਸ ਫੈਸਲੇ ਨੂੰ ਕਲੀਅਰ ਕਰੇ। ਕਿਉਂ ਹੁਣ ਗੱਲ ਆ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ, ਉਹ ਠੰਡਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜੇ ਸਾਡੇ ਨਿਹੰਗ ਸਿੰਘ ਫੌਜਾਂ ਸਾਥ ਦੇ ਦੇਣ ਸਾਡਾ ਥੋੜ੍ਹੇ ਸਮੇਂ ਤੱਕ, ਇਹ ਅਸੀਂ ਇਹਨਾਂ ਨੂੰ ਫੜ ਲਾਂਗੇ ਸਾਰਿਆਂ ਨੂੰ। ਇੰਨਾ ਹੀ ਅਸੀਂ ਕਹਿਣਾ ਚਾਹੁੰਦੇ। ਰਹੀ ਗੱਲ ਦੂਜੀ, ਤੇ ਸੰਗਤ ਨੂੰ ਵੀ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਮੈਦਾਨ ਨਹੀਂ ਛੱਡ ਕੇ ਭੱਜਦੇ। ਭਾਵੇਂ ਮੋਦੀ ਹੋਵੇ ਮੂਹਰੇ, ਭਾਵੇਂ ਸ਼ੋਦੀ ਹੋਵੇ, ਭਾਵੇਂ ਹੋਵੇ ਤੋਮਰ। ਸੋ ਇਹ ਸਨ ਬਾਬਾ ਅਮਨ ਜੀ, ਜਿਨ੍ਹਾਂ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਹੈ। ਕੈਮਰਾਮੈਨ ਕਰਮਜੀਤ ਦੇ ਨਾਲ ਗਵਿੰਦਰ ਸਿੰਘ ਜੰਗੀਆਣਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।